ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖਿਓ ਹੁਣੇ ਪ੍ਰੈਸ ਕਾਨਫਰੰਸ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਨੇ ਕੀਤੀ ਹੈਗੀ। ਉਚੇਚਾ ਦਿੱਲੀ ਦੇ ਅੰਦਰ ਸਾਡੇ ਨਾਲ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣੇ ਧਾਮੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧਾਮੀ ਸਾਹਿਬ ਜੀ, ਬੰਦੀ ਸਿੰਘਾਂ ਦੀ ਗੱਲ ਤੁਸੀਂ ਕੀਤੀ ਹੈਗੀ ਹੈ ਐਸਜੀਪੀਸੀ ਦੀ ਸਟੇਜ ਤੋਂ। ਤੁਸੀਂ ਕਿਹਾ ਕਿ ਭਾਈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਗੱਲ ਕੀਤੀ, ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕੀਤੀ। ਲਾਲ ਕਿਲੇ ਦੇ ਉੱਤੇ ਸਿੱਖ ਕੌਮ ਨੂੰ ਬੜੀ ਉਮੀਦ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਵੱਲੋਂ ਬੰਦੀ ਸਿੰਘਾਂ 'ਤੇ ਕੋਈ ਗੱਲ ਨਹੀਂ ਕੀਤੀ ਜਾਏਗੀ, ਮਗਰ ਉਹਨਾਂ ਨੇ ਕਿਸੇ ਨੇ ਵੀ ਨਹੀਂ ਕੀਤਾ। ਕਹੀਏ ਕਿ ਪੰਜਾਬੀ ਦਾ ਠੇਠ ਲਾਲੀਪਾਪ ਵੀ ਨਹੀਂ ਮਿਲਿਆ ਸਿੱਖ ਕੌਮ ਨੂੰ। ਤੁਹਾਡਾ ਕੀ ਰਿਐਕਸ਼ਨ ਇਸ ਮਸਲੇ 'ਤੇ? ਦੇਖੋ, ਮੈਂ ਦੇਸ਼ ਦੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ, ਉਹਨਾਂ ਤੋਂ ਪਹਿਲਾਂ ਵੀ ਮੰਗ ਕਰਦੇ ਰਹੇ ਤੇ ਹੁਣ ਵੀ ਲਗਾਤਾਰ ਸਾਡੀ ਇਹ ਮੰਗ ਚੱਲਦੀ ਆ ਰਹੀ ਆ ਕਿ ਸਾਡੇ ਸਰਦਾਰ ਬਲਵੰਤ ਸਿੰਘ ਰਾਜੋਆਣਾ, ਉਹਨਾਂ ਦੀ ਤਾਂ ਕਿਉਂਕਿ ਇਹਨਾਂ ਨੇ 550ਵੇਂ ਸਤਿਗੁਰੂ ਜੀ ਦੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਉਸ 550ਵੇਂ ਸਾਲ ਨੂੰ ਉਹ ਮਾਫ ਕੀਤੀ ਸੀ ਉਹਨਾਂ ਦੀ ਮੌਤ ਦੀ ਸਜ਼ਾ। ਉਹਦੇ ਬਾਬਤ ਸੁਪਰੀਮ ਕੋਰਟ ਦੇ ਵਿੱਚ ਪਈ ਆ, ਰਿਟ ਵੀ ਪਈ ਆ, ਤੇ ਜਿਹੜੀ ਬਲਵੰਤ ਸਿੰਘ ਰਾਜੋਆਣੇ ਵੱਲੋਂ ਪੈਰਵਈ ਆ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੇ ਹੁਣ 30 ਅਪ੍ਰੈਲ ਸ਼ਾਇਦ ਉਹਦੇ 'ਚ ਡੇਟ ਆ, ਤੇ ਸੁਪਰੀਮ ਕੋਰਟ ਨੇ ਸਖਤੀ ਨਾਲ ਕਿਹਾ ਵੀ ਇਹਦਾ ਤੁਰੰਤ ਫੈਸਲਾ ਕੀਤਾ ਜਾਵੇ। ਦੂਸਰਾ, ਸਰਦਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਵੀ ਅਸੀਂ ਕੇਸ ਦੀ ਪੈਰਵੀ ਕਰਦੇ ਰਹੇ ਹਾਂ ਤੇ ਉਹਨਾਂ ਦੀ ਮਾਰਸੀ ਪਟੀਸ਼ਨ ਵੀ ਪਾਈ ਸੀ। ਉਹਨਾਂ ਦਾ ਵੀ ਇਹਨਾਂ ਨੇ ਐਲਾਨ ਕੀਤਾ ਸੀ ਵੀ ਉਹਨੂੰ ਰਿਹਾ ਕੀਤਾ ਜਾਊਗਾ। ਪਰ ਮੈਨੂੰ ਅਫਸੋਸ ਨਾ ਪੈਣਾ ਪੈਂਦਾ, ਮੈਂ ਅੱਜ ਦਿੱਲੀ ਦੀ ਧਰਤੀ 'ਤੇ ਖੜ੍ਹਾ। ਜੇ ਉਹ ਜਿਹੜਾ ਕੈਲਾਸ਼ ਨਾਂ ਦਾ ਜਿਹਨੇ ਇੱਥੇ ਉਸ ਵੇਲੇ ਕਤਲੋਗਾਰ ਦੇ ਵਿੱਚ 84 'ਚ ਬਹੁਤ ਵੱਡਾ ਹਿੱਸਾ ਲਿਆ, ਉਹ ਤਾਂ 14 ਵਾਰੀ ਫਰਲੋ 'ਤੇ ਆ ਜਾਵੇ, 7 ਵਾਰੀ ਪਰੋਲ 'ਤੇ ਆ ਜਾਏ, ਤੇ ਸਾਡੇ ਜਿਹੜੇ ਸਿੱਖ ਨੌਜਵਾਨ 30 32 ਸਾਲ ਤੋਂ ਅੰਦਰ ਬੈਠੇ ਆ, ਭਾਈ ਜਗਤਾਰ ਸਿੰਘ ਜੀ ਹਵਾਰਾ ਵਰਗੇ ਬੈਠੇ ਆ, ਉਹਨਾਂ ਦੇ ਉੱਤੇ ਕੋਈ ਇੱਦਾਂ ਦਾ ਨਿਯਮ ਲਾਗੂ ਨਹੀਂ ਗਾ। ਤੇ ਮੈਂ ਸਮਝਦਾ ਵੀ ਇਹ ਵਿਤਕਰਾ ਆ, ਇਹ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹ ਜਿਹੜੀ ਤੁਹਾਡੀ ਦਿੱਲੀ ਦੀ ਇੱਥੇ ਸਰਕਾਰ ਬੈਠੀ ਕੇਜਰੀਵਾਲ ਸਾਹਿਬ ਦੀ, ਇਹਨਾਂ ਨੂੰ ਵੀ ਮੈਂ ਸਵਾਲ ਕਰਦਾ ਵੀ 3 ਵਾਰੀ ਤੁਹਾਡੇ ਕੋਲ ਉਹ ਫਾਈਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆਈ ਆ, ਉਹ 3 ਵਾਰੀ ਫੈਸਲਾ ਜਿਹੜਾ ਉਹ ਪੈਂਡਿੰਗ ਕੀਤਾ ਗਿਆ, ਤੇ ਉਹਦੇ ਕੋਲ ਕਾਰਨ ਦੱਸੇ ਜਾ ਸਕਦੇ ਆ। ਪਰ ਮੈਨੂੰ ਅਫਸੋਸ ਆ ਵੀ ਅਸੀਂ ਉਹਨੂੰ ਪੂਰੀ ਆਸ ਵੀ ਸੀ ਵੀ ਮੋਦੀ ਸਾਹਿਬ ਸ਼ਾਇਦ ਇਸ 400 ਸਾਲਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪ੍ਰਕਾਸ਼ ਦੇ ਉੱਤੇ ਕੋਈ ਵੱਡਾ ਐਲਾਨ ਕਰਨਗੇ। ਪਰ ਅਸੀਂ ਹਾਲੇ ਵੀ ਆਸ ਰੱਖਦੇ ਹਾਂ, ਉਹਨਾਂ ਤੋਂ ਮੰਗ ਵੀ ਕਰਦੇ ਹਾਂ ਵੀ ਤੁਰੰਤ ਇਹ ਜਿਹੜੇ ਫੈਸਲੇ ਆ ਇਹ ਲੈ ਲੈਣੇ ਚਾਹੀਦੇ ਆ। ਆਮ ਆਦਮੀ ਪਾਰਟੀ ਜਿਸ ਮੈਜੋਰਟੀ ਦੇ ਨਾਲ ਪੰਜਾਬ 'ਚ ਆਈ ਹੈਗੀ ਹੈ, ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਵੀ ਆਪਣਾ ਇੱਕ ਸਿੱਖ ਵਿੰਗ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਔਰ ਉਹਨਾਂ ਦਾ ਜਿਹੜਾ ਅਗਲਾ ਟਾਰਗੇਟ ਹੈਗਾ ਐਸਜੀਪੀਸੀ ਹੈ। ਤੁਹਾਨੂੰ ਲੱਗਦਾ ਕਿ ਅਗਲੇ ਇਲੈਕਸ਼ਨ ਜਿਸ ਵੇਲੇ ਵੀ ਹੋਣਗੇ ਐਸਜੀਪੀਸੀ, ਆਮ ਆਦਮੀ ਪਾਰਟੀ ਕਬਜ਼ਾ ਕਰ ਸਕਦੀ ਹੈ ਸ਼੍ਰੋਮਣੀ ਕਮੇਟੀ 'ਤੇ? ਦੇਖੋ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ, ਉਹਦੀ ਪਾਰਟੀ ਵੱਖਰੀ ਰਜਿਸਟ੍ਰੇਸ਼ਨ ਹੁੰਦੀ ਆ। ਉਹ ਪੋਲੀਟੀਕਲ ਪਾਰਟੀ ਹੋਵੇ ਜਾਂ ਦੂਸਰੀ ਹੋਵੇ, ਉਹਦੀ ਰਜਿਸਟ੍ਰੇਸ਼ਨ ਸਾਰੀਆਂ ਪਾਰਟੀਆਂ ਦੀ ਜਿਹੜਾ ਸਾਡਾ ਸਿੱਖ ਇਲੈਕਸ਼ਨ ਕਮਿਸ਼ਨ ਆ ਉਹਦੇ ਕੋਲ ਹੁੰਦੀਆਂ। ਉਹ ਪਹਿਲਾਂ ਜੇ ਹੋਣਗੇ ਇਸ ਪੱਖ ਦੇ ਵਿੱਚ ਚਾਹੁੰਦੇ ਹੋਣਗੇ, ਦੇਖਦੇ ਆ ਵੀ ਕੋਈ ਰਜਿਸਟ੍ਰੇਸ਼ਨ ਕਰਾਉਂਦੇ ਆ, ਤੇ ਸਾਨੂੰ ਇਹ ਮਾਣ ਵੀ ਆ ਵੀ ਤਕਰੀਬਨ 101 ਸਾਲ ਦੇ ਵਿੱਚ ਸਿੱਖਾਂ ਨੇ ਕਦੇ ਵੀ ਕਿਸੇ ਨੂੰ ਘਸਪੈਠ ਨਹੀਂ ਕਰਨ ਦਿੱਤਾ। ਘਸਪੈਠ ਇਨ ਦਾ ਸੈਂਸ ਵੀ ਬਾਹਰਲੀ ਤਾਕਤ ਕਦੇ ਵੀ ਉਹਨੇ ਕਬੂਲੀ ਨਹੀਂ। ਤੇ ਹੁਣ ਵੀ ਮੈਨੂੰ ਆਸ ਆ ਵੀ ਜੇ ਕੋਈ ਪਾਰਟੀ ਯਤਨ ਵੀ ਕਰੂਗੀ, ਪਹਿਲੀ ਤਾਂ ਉਹਦੀ ਧਰਮ ਨਿਰਪੱਖਤਾ ਵਾਲੀ ਗੱਲ ਜਿਹੜੀ ਉਹ ਪਤਾ ਲੱਗ ਜਾਊਗੀ। ਦੂਜਾ, ਫਿਰ ਇਹ ਸਿੱਖਾਂ ਦੇ ਸਿੱਧੇ ਮਸਲੇ ਦੇ ਵਿੱਚ ਫਿਰ ਥੋੜੀ ਵੱਡੀ ਦਖਲਅੰਦਾਜ਼ੀ ਵੀ ਹੋਊਗੀ। ਪਿਛਲੇ 3-4 ਮਹੀਨਿਆਂ ਦੇ ਅੰਦਰ ਦਿੱਲੀ ਦੇ ਅੰਦਰ ਸਰਕਾਰੀ ਸਕੂਲਾਂ ਦੇ ਅੰਦਰ ਬੱਚਿਆਂ ਦੀ ਪੱਗ ਦੇ ਉੱਤੇ, ਕੜਿਆਂ ਦੇ ਉੱਤੇ ਹਮਲੇ ਹੋਏ ਨੇ। ਤੁਸੀਂ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਤੁਸੀਂ ਐਸਜੀਪੀਸੀ ਦੀ ਟੀਮ ਦੀ ਗਿਣਤੀ ਵਧਾ ਦਿੱਤੀ ਹੈ, ਆਮਦ ਵਧਾ ਦਿੱਤੀ ਹੈ, ਕਿ ਦਿੱਲੀ ਦੇ ਹੋਣ ਵਾਲੇ ਧਰਮ ਦੇ ਉੱਤੇ ਹੋਣ ਵਾਲੇ ਹਮਲਿਆਂ ਦੇ ਉੱਤੇ ਐਸਜੀਪੀਸੀ ਹੁਣ ਨਾਲ ਸੇਵਾ ਨਿਭਾਏਗੀ ਸਾਰੇ ਮਸਲਿਆਂ 'ਤੇ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਣ ਬੰਗਲੌਰ ਵਿਖੇ ਇੱਕ ਬੇਟੀ ਜਿਹੜੀ ਸਾਡੀ ਕਾਲਜ 'ਚ ਪੜ੍ਹਦੀ ਸੀ, ਜਿੱਥੇ ਉਹ ਮੁਸਲਮਾਨਾਂ ਦੇ ਲਿਬਾਸ 'ਤੇ ਕਿੰਤੂ ਪਰੰਤੂ ਉੱਠਿਆ, ਤੇ ਉਹ ਬੱਚੀ ਦੀ ਦਸਤਾਰ ਦਾ ਮਸਲਾ ਉੱਠਿਆ ਵੀ ਇਹਨੂੰ ਪਹਿਲਾਂ ਦਸਤਾਰ ਲਾ ਕੇ ਅੰਦਰ ਜਾਵੇ। ਸਾਡਾ ਵਫਦ ਉੱਥੇ ਤੁਰੰਤ ਪਹੁੰਚਾ ਔਰ ਉੱਥੋਂ ਦੇ ਚੀਫ ਮਿਨਿਸਟਰ ਨਾਲ ਤੇ ਹੋਮ ਮਿਨਿਸਟਰ ਨਾਲ ਜਾ ਕੇ ਗੱਲ ਕੀਤੀ। ਦੂਏ ਦਿਨ ਹੀ ਉਹ ਸਾਰਾ ਮਸਲਾ ਹੱਲ ਕੀਤਾ ਉਹਨਾਂ ਕੋਲੋਂ। ਫਿਰ ਉਹਦੇ ਨੈਕਸਟ ਡੇ ਹੀ ਮੰਗਲੌਰ ਇੱਕ ਬੱਚਾ ਸਾਡਾ ਸਿੱਖ ਸੀਗਾ, ਉਹਨੇ ਪਟਕਾ ਬੰਨਿਆ ਸੀ, ਉਹਦੀ ਰਿਫਿਊਜ਼ਲ ਕੀਤੀ ਨਹੀਂ ਦਾਖਲਾ ਕਰਨ ਤੋਂ। ਉੱਥੇ ਸਾਡੇ ਫਿਰ ਨਨਕਾਣਾ ਸਾਹਿਬ ਟਰੱਸਟ ਦੇ ਸਾਡੇ ਡਾਇਰੈਕਟਰ ਆ, ਉਹ ਗਏ ਇੱਥੇ
ਵੀ ਨਾਲ ਉਹ ਗਏ ਦੋਹਾਂ ਮਸਲਿਆਂ ਦੇ ਵਿੱਚ। ਫਿਰ ਉਹ ਦੋਵੇਂ ਮਸਲੇ ਹੱਲ ਕਰਕੇ ਐਜੂਕੇਸ਼ਨ ਮਿਨਿਸਟਰ ਨੂੰ ਵੀ ਮਿਲੇ, ਉਹਨੇ ਸਾਨੂੰ ਫਿਰ ਯਕੀਨ ਵੀ ਦਿਵਾਇਆ ਪਰ ਭਵਿੱਖ ਦੇ ਵਿੱਚ ਐਵੇਂ ਨਹੀਂ ਹੋਊਗੀ। ਦੂਸਰਾ, ਇੱਕ ਪਿੱਛੇ ਹੈਦਰਾਬਾਦ ਇਹ ਮੀਡੀਆ ਤੇ ਆਈ ਪਈ ਜੀ, ਇੱਕ ਬੱਚੀ ਨਾਲ ਰੇਪ ਹੋਇਆ ਤੇ ਉਹ ਸ਼ਾਇਦ ਉਹਨੇ ਆਤਮ ਹੱਤਿਆ ਕਰ ਲਈ। ਉੱਥੇ ਵੀ ਸਾਡੀ ਟੀਮ ਜਾ ਕੇ ਆਈ ਬਕਾਇਦਾ ਤੌਰ ਦੇ ਉੱਤੇ। ਅਸੀਂ ਉਹਦੀ ਸਾਰੀ ਦੇਖਭਾਲ ਕਰਕੇ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਤਸੱਲੀ ਕਰਵਾ ਕੇ ਆਏ। ਜਿਵੇਂ ਦਿੱਲੀ ਦੇ ਅੰਦਰ ਕੇਸ ਹੋ ਰਹੇ ਨੇ ਤੇ ਦਿੱਲੀ 'ਚ ਐਸਜੀਪੀਸੀ ਮੈਂ ਲੱਗਾ ਹੁਣ ਉਹਦੇ ਉੱਤੇ। ਦੇਖੋ, ਇਹ ਠੀਕ ਆ ਵੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ ਅਮਰੀਕਾ ਤੇ ਹਮਲੇ ਹੋਏ ਉੱਥੇ ਵੀ ਸਾਡਾ ਸਕੱਤਰ ਜਿਹੜਾ ਉਹ ਜਾ ਕੇ ਆਇਆ, ਉਹਨਾਂ ਨੂੰ ਪਰਿਵਾਰ ਨੂੰ ਮਿਲ ਕੇ ਆਇਆ। ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਇੱਥੇ ਵੀ ਜਿਹੜੀ ਸਾਡੇ ਕੋਲ ਧਿਆਨ ਚ ਆਉਂਦੀ, ਅਸੀਂ ਉਹ ਤੋਂ ਵੀ ਆਪਣੀ ਕਤਾਹੀ ਮਤਲਬ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਾਂਗੇ ਤੇ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਭਈ ਇਹ ਜਿਹੜੇ 5 ਕਕਾਰ ਆ, ਇਹ 5 ਕਕਾਰ ਮਾਨਤਾ ਪ੍ਰਾਪਤ ਆ ਜਿਹੜਾ ਸਾਹਿਬਾਂ ਦਾ ਆਪਾਂ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਤੇ ਸਤਿਗੁਰੂ ਜੀ ਨੇ ਆਪਣੇ ਲਈ ਤਾਂ ਕੋਈ ਨਿੱਜੀ ਹਿੱਤ ਲਈ ਨਹੀਂ ਕੀਤਾ, ਜੇ ਕੀਤਾ ਸੀ ਤਾਂ ਇੱਕ ਧਰਮ ਲਈ ਤੇ ਧਰਮ ਦੀ ਆਜ਼ਾਦੀ ਲਈ। ਤੇ ਫਿਰ ਦੂਜਾ ਆਪਾਂ ਕਹਿ ਲਈਏ ਜਿਹੜੀ ਅੱਜ ਮੌਜੂਦਾ ਚੱਲਦੀ ਆ ਹੱਕੀ ਹਕੂਕਾਂ ਲਈ, ਮਨੁੱਖੀ ਹਕੂਕਾਂ ਲਈ। ਤੇ ਜੇ ਆਪਾਂ ਇੱਥੇ ਭਾਰਤ ਦੇ ਵਿੱਚ ਜਾਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਆਪਾਂ ਕਕਾਰਾਂ ਦੀ ਬੇਇੱਜ਼ਤੀ ਕਰਾਂਗੇ ਤੇ ਫਿਰ ਆਪਾਂ ਜਾ ਕੇ ਹੋਰ ਕਿਸੇ ਮੁਲਕ 'ਚ ਕੀ ਰੌਲਾ ਪਾਵਾਂਗੇ। ਪਰ ਅਸੀਂ ਆਪਣੇ ਜਿੰਨੇ ਵੀ ਸਾਡੇ ਯਤਨ ਨੇ ਉਹ ਤੋਂ ਪਿੱਛੇ ਨਹੀਂ ਹਟਾਂਗੇ, ਜੋ ਵੀ ਲੋੜ ਪਊਗੀ ਉਹਦੇ ਵਿੱਚ ਪੂਰੀ ਸ਼ਮੂਲੀਅਤ ਕਰਾਂਗੇ। ਤੁਸੀਂ ਦਿੱਲੀ ਦੇ ਅੰਦਰ ਦਫ਼ਤਰ ਦਾ ਉਦਘਾਟਨ ਕੀਤਾ, ਚਾਹੇ ਵੀਜ਼ਾ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਵੀਜ਼ਿਆਂ ਦੀ ਗੱਲ ਕਰ ਲਈਏ ਜਾਂ ਜਿਸ ਤਰੀਕੇ ਦੇ ਨਾਲ ਵੀ ਮੈਡੀਕਲ ਫੈਸਿਲਿਟੀ ਤੁਸੀਂ ਕਹਾ ਕਿ ਫ੍ਰੀ ਦਿੱਤੀ ਜਾਏਗੀ, ਸਿੱਧਾ ਕਹੀਏ ਦਿੱਲੀ ਕਮੇਟੀ ਦੇ ਨਾਲ ਕੰਪੀਟੀਸ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਐਸਜੀਪੀਸੀ ਦਾ। ਦੇਖੋ, ਕੋਈ ਕੰਪੀਟੀਸ਼ਨ ਨਹੀਂ, ਇਹ ਸਾਡਾ ਜਿਹੜਾ ਮਿਸ਼ਨ ਆ ਉੱਤੇ ਇਹ 2008 ਦਾ ਚੱਲਦਾ ਤੇ ਸਾਡੇ ਸਾਰੇ ਇੰਡੀਆ ਦੇ ਵਿੱਚ 13 ਮਿਸ਼ਨ ਆ ਤੇ ਇਹ ਉਦੋਂ ਪਹਿਲਾਂ ਵੀ ਇਹ ਇੱਥੇ ਚੱਲਦਾ ਸੀ। ਹੁਣ ਅਸੀਂ ਕੀ ਕੀਤਾ ਵੀ ਜਿਹੜੇ ਇੱਥੋਂ ਜਾਂਦੇ ਸੀ ਪਹਿਲਾਂ ਜਾ ਕੇ ਪੰਜਾਬ 'ਚ ਭਈ ਸਾਨੂੰ ਕਮਰੇ ਨਹੀਂ ਮਿਲਦੇ, ਹੁਣ ਕਮਰਿਆਂ ਦੀ ਸਹੂਲਤ ਹੋ ਗਈ। ਪਲਾਸ ਇੱਥੇ ਤੁਹਾਨੂੰ ਕਰਤਾਰਪੁਰ ਨੂੰ ਜਾਣਾ, ਇੱਥੇ ਆ ਕੇ ਇਸ ਦਫ਼ਤਰ 'ਚ ਆ ਜਾਣਗੇ। ਕਿਸੇ ਨੇ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਨ ਜਾਣਾ, ਉੱਥੇ ਤਖਤਾਂ ਸਾਹਿਬ ਦੇ ਉਹਨਾਂ ਨੂੰ ਬੱਸ ਮਿਲ ਜਾਊਗੀ। ਤੇ ਇਹਨਾਂ ਦੇ ਵਡੋਤਾ ਇਹ ਵੀ ਆਪਣਾ ਕੰਮ ਕਰਨ। ਕੰਮ ਤਾਂ ਹੁਣ ਸਿੰਘ ਸਭਾਵਾਂ ਵੀ ਬਥੇਰਾ ਕਰਦੀਆਂ, ਹੋਰ ਜਥੇਬੰਦੀਆਂ ਵੀ ਕਰਦੀਆਂ ਤੇ ਮੈਂ ਸਮਝਦਾ ਚੰਗੀ ਗੱਲ ਆ, ਪ੍ਰੋਗਰੈਸਿਵ ਜਿਹੜੀ ਆਪਾਂ ਨੂੰ ਕਰਨੀ ਚਾਹੀਦੀ। ਕੰਪੀਟੀਸ਼ਨ ਕੋਈ ਨਹੀਂ, ਸ਼੍ਰੋਮਣੀ ਕਮੇਟੀ ਨੇ ਕਾਹਦਾ ਕੰਪੀਟੀਸ਼ਨ ਕਰਨਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਾਰਮ ਦੇ ਕਾਰਜਾਂ ਦੇ ਵਿੱਚ 13 ਹੋਰ ਮਿਸ਼ਨ, ਕਠਮੰਡੂ ਦੇ ਵਿੱਚ ਮਿਸ਼ਨ ਆ, ਉੱਥੇ ਵੀ ਅਸੀਂ ਚਲਾ ਰਹੇ। ਇਵੇਂ ਯੂਪੀ ਦੇ ਵਿੱਚ ਮਿਸ਼ਨ ਆ, ਹਾਪੜ ਮਿਸ਼ਨ ਆ ਸਾਡਾ। ਇਹ ਸਾਰੇ ਮੇਰਾ ਮਤਲਬ ਮਿਸ਼ਨ ਜਿਹੜੇ ਆ, ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਹਰ ਇੱਕ ਮਿਸ਼ਨ ਦੇ ਵਿੱਚ ਬਕਾਇਦਾ ਅੰਮ੍ਰਿਤ ਸੰਚਾਰ ਹੁੰਦੇ ਆ। ਮੈਂ ਤੁਹਾਨੂੰ ਲਿਸਟ ਵੀ ਕਹੂੰ ਤਾਂ ਕੱਲ੍ਹ ਨੂੰ ਭੇਜ ਦਊਂਗਾ। 30,000 ਦੇ ਲਗਭਗ ਵੱਖ-ਵੱਖ ਮਿਸ਼ਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਥੱਲੇ ਸਾਰੇ ਅੰਮ੍ਰਿਤ ਸੰਚਾਰ ਵੀ ਹੋਏ ਔਰ ਵੱਡੇ ਕਾਮਯਾਬ ਹੋਏ ਆ। ਆਖਿਰਲਾ ਸਵਾਲ, ਐਸਜੀਪੀਸੀ ਦੀ ਵੈਬਸਾਈਟ ਜਦੋਂ ਚੇਂਜ ਕੀਤੀ ਗਈ ਸੀ ਕੁਝ ਮਹੀਨੇ ਪਹਿਲੇ ਤੇ ਗੱਲ ਹੋਈ ਸੀ ਕਿ ਸਰਵਰ ਸਾਡੇ ਕੋਲ ਬੈਕਅਪ ਸਾਡਾ ਹੈਗਾ, ਸਾਰਾ ਡਾਟਾ ਨਵੀਂ ਵੈਬਸਾਈਟ ਦੇ ਉੱਤੇ ਚੜ ਜਾਏਗਾ। ਮਾਫ ਕਰਨਾ, ਹਾਲੇ ਤੱਕ 10% ਡਾਟਾ ਵੀ ਨਹੀਂ ਚੜਿਆ, ਉਹ ਕਦ ਤੱਕ ਚੜੇਗਾ? ਉਹ ਸਾਡੇ ਕੁਝ ਟੈਕਨੀਕਲ ਫਾਲਟ ਬਣ ਗਿਆ ਸੀ। ਹੁਣ ਅਸੀਂ ਜਿਹੜੀ ਸੋਸ਼ਲ ਮੀਡੀਆ ਵਾਲੇ ਵੀ ਇੱਕ ਵੱਖਰੀ ਟੀਮ ਕੀਤੀ ਆ ਤੇ ਵੈਬਸਾਈਟ ਦਾ ਵੀ ਅਸੀਂ ਇੱਕ ਮਾਹਰ ਬੰਦਾ ਰੱਖਿਆ। ਉਹ ਛੇਤੀ ਅਸੀਂ ਜਿਹੜੀ ਆ ਤੁਹਾਡੀ ਪੂਰਤੀ ਕਰ ਦਿਆਂਗੇ, ਕਿਉਂਕਿ ਨਵੀਂ ਵੈਬਸਾਈਟ ਜਿਹੜੀ ਸੀ ਉਹ ਅਸੀਂ ਬੰਦ ਕਰਤੀ। ਪੁਰਾਣੀ ਵੈਬਸਾਈਟ ਹੈ ਜਿਹੜੀ ਉਹ ਸਾਡੇ ਕੋਲ ਹਾਲੇ ਚੰਗੇ ਹਾਲਾਤਾਂ ਦੇ ਵਿੱਚ ਆ, ਉਹ ਅਸੀਂ ਹੁਣ ਲੱਗੇ ਹਾਂ ਉਹਦੇ 'ਚ ਕਰ ਦਿਆਂਗੇ ਛੇਤੀ ਹੋ ਜਾਏ। ਦਿੱਲੀ ਦੇ ਸਿੱਖਾਂ ਨੂੰ ਕੋ ਆਖਿਰ ਜੀ ਮੈਸੇਜ? ਦਿੱਲੀ ਦੇ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਚੇਤੇ ਕਰੀਏ। ਸਰੀਰ 2 ਫਾਕਣਾ ਹੋ ਗਿਆ, ਜਪਜੀ ਸਾਹਿਬ ਨਹੀਂ ਮੁੱਕਾ। ਜਪਜੀ ਸਾਹਿਬ ਗੁਰੂ ਸਾਹਿਬ ਜੀ ਨੇ ਪੁਰਾਣਾ ਤੋਂ ਬਾਅਦ ਵੀ ਉਸ ਸਰੀਰ ਦੇ ਵਿੱਚੋਂ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰਬਾਣੀ ਦੇ ਧਾਰਨੀ ਬਣੀਏ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ। ਜੇ ਸਤਿਗੁਰ ਦੀ ਬਾਣੀ ਪੜਾਂਗੇ ਹਿਰਦਾ ਸ਼ਾਂਤ ਹੋਊਗਾ, ਕਲਪਨਾ 'ਚ ਪਾਵਾਂਗੇ ਤਾਂ ਹਿਰਦਾ ਜਿਹੜਾ ਉਹ ਹੋਰ ਤੜਫੂਗਾ। ਤੜਫੀਏ ਨਾ, ਸਿਆਣੇ ਕਹਿੰਦੇ ਰੀਸ ਨਾ ਕਰ, ਮੰਨ ਲਓ ਰੀਸ ਕਰ ਚੰਗੇ ਕੰਮ ਦੀ। ਤੇ ਅਸੀਂ ਤਾਂ ਚਾਹੁੰਦੇ ਪਏ ਇਹ ਪਵਿੱਤਰ ਗੁਰਬਾਣੀ ਅੱਜ ਦੇਖੋ ਦੇਸ਼ਾਂ ਦੇ ਵਿੱਚ ਲਗਭਗ 100, ਜੇ ਮੈਂ ਗਲਤ ਨਾ ਹੋਵਾਂ 7-8 ਮੁਲਕਾਂ ਦੇ ਵਿੱਚ ਇਹ ਨਿਸ਼ਾਨ ਸਾਹਿਬ ਝੂਲ ਰਹੇ ਆ। ਤੇ ਉਹ ਆਤਮਿਕ ਉੱਥੋਂ ਜੀਵਨ ਬਲ ਮਿਲਦਾ। ਪਵਿੱਤਰ ਗੁਰਬਾਣੀ ਦਾ ਤਾਂ ਸੰਕਲਪ ਸਤਿਗੁਰੂ ਜੀ ਨੇ ਬਹੁਤ ਸੋਹਣਾ ਕਰ ਦਿੱਤਾ। ਸਿੱਖ ਦਾ ਬੜਾ ਸਿੰਪਲ ਰਹਿਣਾ ਸਹਿਣਾ, ਗੁਰਬਾਣੀ ਦੇ ਆਸ਼ੇ ਅਨੁਸਾਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲੱਗ ਕੇ ਗਿਆਨ ਜਿਹੜੇ ਗੁਰਬਾਣੀ ਦਾ ਵਿਚਾਰ ਕਰਦੇ ਆ, ਉਹ ਹਿਰਦੇ ਵੀ ਅੰਦਰੋਂ ਵੀ ਤੇ ਬਾਹਰੋਂ ਤਾਪਸ਼ ਮਟਾਉਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਸਰ ਹਰਜਿੰਦਰ ਸਿੰਘ ਧਾਮੀ ਜੀ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਹੇ ਸਨ, ਉਹ ਸੰਗਤਾਂ ਚਾਹੁੰਦੀਆਂ ਸਨ ਕਿ ਉਹਨਾਂ ਸਵਾਲਾਂ ਦੇ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੋਂ ਮਿਲਣ। ਅਸੀਂ ਉਹ ਸਾਰੇ ਸਵਾਲ ਪੁੱਛੇ ਹੈਗੇ ਨੇ। ਆਉਣ ਵਾਲੇ ਸਮੇਂ ਐਸਜੀਪੀਸੀ ਜੋ ਉਪਰਾਲੇ ਕਰੇਗੀ, ਅਸੀਂ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਰਾਹੀਂ ਤੁਹਾਡੇ ਸਾਰਿਆਂ ਨੂੰ ਜਾਣੂ ਕਰਾਵਾਂਗੇ। ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।